ਵਾਹਿਗੁਰੂ 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 ਵਾਹਿਗੁਰੂ। ਸ੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ ਮਹੱਲਾ ਤੀਜਾ। ਨਾਨਕ ਨਾਮ ਨਾ ਚੇਤਨੀ, ਅਗਿਆਨੀ ਅੰਧਲੇ ਅਵਰੇ ਕਰਮ ਕਮਾਹੇ। ਜਮਦਰ ਬੱਧੇ ਮਾਰੀਐ, ਫਿਰ ਵਿਸ਼ਟਾ ਮਾਹੇ ਪਚਾਹੇ। ਨਾਨਕ ਨਾਮ ਨਾ ਚੇਤਨੀ, ਅਗਿਆਨੀ ਅੰਧਲੇ ਅਵਰੇ ਕਰਮ ਕਮਾਹੇ। ਜਮਦਰ ਬੱਧੇ ਮਾਰੀਐ, ਫਿਰ ਵਿਸ਼ਟਾ ਮਾਹੇ ਪਚਾਹੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ, ਜੁਗੋ ਜੁਗ ਅਟਲ, ਚਵਰ ਛਤਰ ਤਖਤ ਦੇ ਮਾਲਕ, ਹਾਜ਼ਰਾ ਹਜੂਰ, ਸਰਬ ਕਲਾ ਭਰਪੂਰ, ਜਾਗਤ ਜੋਤ, ਸ਼ਬਦ ਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸਜੇ ਹੋਏ ਦੀਵਾਨ ਵਿੱਚ ਬਹੁਤ ਹੀ ਸ਼ਰਧਾ ਭਾਵਨਾ ਦੇ ਨਾਲ ਹਾਜ਼ਰੀ ਭਰ ਕੇ ਅੰਮ੍ਰਿਤਮਈ ਬਾਣੀ, ਧੁਰ ਕੀ ਬਾਣੀ, ਸ੍ਰੀ ਆਸਾ ਜੀ ਦੀ ਵਾਰ ਦਾ ਕੀਰਤਨ ਸਰਵਣ ਕਰ ਆਤਮਕ ਆਨੰਦ ਨੂੰ ਮਾਣਦੇ ਹੋਏ ਔਰ ਬਹੁਤ ਹੀ ਪ੍ਰੀਤ ਦੇ ਨਾਲ ਜੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਸੋਢੀ ਸੁਲਤਾਨ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਦਰ ਘਰ ਤੋਂ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਪ੍ਰਕਾਸ਼ਮਾਨ ਹੋ ਕਰ ਸਮੁੱਚੀ ਮਾਨਵਤਾ ਦੇ ਵਾਸਤੇ ਸਰਬ ਸਾਂਝਾ ਉਪਦੇਸ਼ ਹੁਕਮਨਾਮੇ ਦੇ ਰੂਪ ਵਿੱਚ ਬਖਸ਼ਿਸ਼ ਕੀਤਾ। ਸਤਿਗੁਰਾਂ ਜੀ ਦੇ ਉਹਨਾਂ ਅੰਮ੍ਰਿਤ ਬਚਨਾਂ ਦੀ ਵਿਚਾਰ ਸਰਵਣ ਕਰਨ ਵਾਸਤੇ ਗੁਰੂ ਦਰਬਾਰ ਵਿੱਚ ਜੁੜ ਬੈਠੀ ਔਰ ਮੀਡੀਆ ਦੇ ਰਾਹੀਂ ਦੇਸ਼ ਪ੍ਰਦੇਸ਼ ਵਿੱਚ ਸੁਰਤੀ ਕਰਕੇ ਸ੍ਰੀ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਜੀ ਦੇ ਨਾਲ ਜੁੜ ਬੈਠੀ ਹੋਈ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ, ਧੰਨਤਾ ਦੇ ਯੋਗ ਹੋ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਾਡੇ ਸਾਰਿਆਂ ਤੇ ਕਿਰਪਾ ਕੀਤੀ। ਵੱਡ ਭਾਗੀ ਹਰ ਸੰਗਤ ਪਾਵੈ, ਭਾਗਹੀਣ ਭ੍ਰਮ ਚੋਟਾ ਖਾਵੈ। ਬਿਨ ਭਾਗਾ ਸਤ ਸੰਗ ਨਾ ਲੱਭੈ, ਬਿਨ ਸੰਗਤ ਮੈਲ ਭਰੀਜੇ ਜੀਓ। ਸਾਡੇ ਸਾਰਿਆਂ ਤੇ ਗੁਰੂ ਨੇ ਤਰਸ ਕੀਤਾ, ਸਾਨੂੰ ਸੰਗਤ ਦੀ ਪ੍ਰਾਪਤੀ ਹੋਈ ਹੈ। ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਅੱਜ ਦਾ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕੀਤਾ ਹੈ, ਸੋਠ ਕੀ ਵਾਰ ਵਿੱਚ ਸੋਢੀ ਸੁਲਤਾਨ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਉਚਾਰਨ ਕੀਤੀ ਹੋਈ ਵਾਰ ਔਰ ਇਸ ਵਾਰ ਦੇ ਨਾਲ ਦੋ ਸ਼ਲੋਕ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਦੀ ਮੁਬਾਰਕ ਰਸਨਾ ਤੋਂ ਉਚਾਰਨ ਕੀਤੇ ਹੋਏ ਨੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਸਾਨੂੰ ਜੋ ਸਮਝਾ ਰਹੇ ਨੇ, ਆਓ ਰਲ ਮਿਲ ਕੇ ਸਮਝਣ ਦੀ ਕੋਸ਼ਿਸ਼ ਕਰੀਏ ਤਾਂ ਕਿ ਜੋ ਸਮਝ ਆਏ ਉਹਨੂੰ ਸਮਝ ਕੇ ਅਸੀਂ ਆਪਣੇ ਜੀਵਨ ਵਾਸਤੇ ਕੋਈ ਲਾਭ ਪ੍ਰਾਪਤ ਕਰ ਸਕੀਏ। ਵਿਚਾਰਾਂ ਦੀ ਪ੍ਰਾਰੰਭਤਾ ਤੋਂ ਪਹਿਲੋਂ ਆਪ ਸਾਰੀ ਹੀ ਸੰਗਤ ਕਰੋ ਕਿਰਪਾ, ਬਖਸ਼ੋ ਅਸੀਸ,
ਉਚਾਰਨ ਕਰੋ ਜੀ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ ਮਹੱਲਾ ਤੀਜਾ। ਨਾਨਕ ਨਾਮ ਨ ਚੇਤਨੀ, ਅਗਿਆਨੀ ਅੰਧਲੇ ਅਵਰੇ ਕਰਮ ਕਮਾਹੇ। ਸਤਿਗੁਰੂ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਬਿਲਕੁਲ ਸਪਸ਼ਟ ਤੌਰ ਤੇ ਸਾਨੂੰ ਜੀਵਾਂ ਨੂੰ ਇਹ ਗੱਲ ਸਮਝਾ ਦਿੱਤੀ। ਮਨਮੁਖ ਜਿਹੜਾ ਮਨ ਦੇ ਮਗਰ ਲੱਗਿਆ ਹੋਇਆ ਵਿਅਕਤੀ ਹੈ, ਕੋਈ ਵੀ ਜੀਵ ਹੈ, ਸਤਿਗੁਰੂ ਜੀ ਕਹਿੰਦੇ ਨੇ ਹੇ ਨਾਨਕ ਨਾਮ ਨਾ ਚੇਤਨੀ, ਜਿਹੜੇ ਵਾਹਿਗੁਰੂ ਪਰਮਾਤਮਾ ਦਾ ਨਾਮ ਨਹੀਂ ਜਪਦੇ, ਕਰਦੇ ਕੀ ਆ? ਕੁਛ ਨਾ ਕੋਈ ਤੇ ਉਹ ਵੀ ਕਰ ਰਹੇ ਨੇ। ਨਾਮ ਨਹੀਂ ਜਪਦੇ ਤੇ ਸਾਹਿਬ ਜੀ ਕਹਿੰਦੇ ਨੇ ਅਗਿਆਨੀ ਅੰਧਲੇ ਅਵਰੈ ਕਰਮ ਕਮਾਏ। ਅਗਿਆਨੀ ਜਿਨ੍ਹਾਂ ਦੇ ਅੰਦਰ ਗਿਆਨ ਦਾ ਪ੍ਰਕਾਸ਼ ਨਹੀਂ ਆ। ਆਪ ਜੀ ਆਖੋਗੇ ਇਹਦਾ ਕਿਵੇਂ ਪਤਾ ਲੱਗੇ? ਸਾਡੇ ਸਾਹਮਣੇ ਸਾਨੂੰ ਬਹੁਤ ਸਾਰੀਆਂ ਉਦਾਹਰਨਾਂ ਮਿਲ ਜਾਂਦੀਆਂ ਨੇ। ਅਗਿਆਨਤਾ ਕੀ ਆ? ਅਗਿਆਨਤਾ ਇਹ ਹੀ ਆ ਜਿਹੜਾ ਸਾਡਾ ਜੀਵਨ ਭਰਮ ਵਿੱਚ ਪਿਆ ਰਹਿੰਦਾ। ਅਸੀਂ ਕਈ ਪ੍ਰਕਾਰ ਦੇ ਆਪਣੇ ਜੀਵਨ ਵਿੱਚ ਭਰਮ ਕਰਦੇ ਹਾਂ। ਇਹ ਸਾਰੀ ਅਗਿਆਨਤਾ ਹੈ। ਜਿੱਦਣ ਗੁਰੂ ਨੇ ਕਿਰਪਾ ਕਰਤੀ, ਸ਼ਬਦ ਦਾ ਅੰਦਰ ਪ੍ਰਕਾਸ਼ ਹੋ ਗਿਆ, ਸ਼ਬਦ ਦਾ ਗਿਆਨ ਪ੍ਰਕਾਸ਼ ਹੋ ਗਿਆ, ਫਿਰ ਸਾਡੇ ਜੀਵਨ ਦੇ ਵਿੱਚੋਂ ਗੁਰੂ ਪਿਆਰਿਓ ਕਿਸੇ ਪ੍ਰਕਾਰ ਦਾ ਵਹਿਮ ਭਰਮ ਆ ਨਹੀਂ ਸਕਦਾ, ਮਿਟ ਜਾਏਗਾ। ਜਿੰਨਾ ਚਿਰ ਅਸੀਂ ਵਹਿਮ ਭਰਮ ਵਿੱਚ ਪੈ ਕੇ ਧਰਮ ਦੇ ਨਾਂ ਤੇ ਕਰਮ, ਇਸ ਗੱਲ ਨੂੰ ਧਿਆਨ ਦੇ ਨਾਲ ਸਮਝਣਾ। ਬਹੁਤ ਵਾਰ ਆਪਾਂ ਸਮਝਦੇ ਹਾਂ ਕਿ ਅਸੀਂ ਤੇ ਧਰਮ ਦੇ ਬੜੇ ਕਰਮ ਕਰਦੇ ਹਾਂ। ਕਰਮ ਕਰਨਾ ਬੁਰੀ ਗੱਲ ਨਹੀਂ ਆ, ਪਰ ਅਸਲ ਦੇ ਵਿੱਚ ਧਰਮ ਦੇ ਕਰਮ ਵੀ ਕਰੀ ਜਾਈਏ ਤੇ ਅੰਦਰ ਧਰਮ ਨਾ ਬਣੇ, ਧਰਮ ਪੈਦਾ ਨਾ ਹੋਏ ਤੇ ਵਾਹਿਗੁਰੂ ਪ੍ਰਮਾਤਮਾ ਦਾ ਨਾਮ ਨਾ ਜਪੀਏ ਤੇ ਸਤਿਗੁਰੂ ਗੁਰੂ ਅਮਰਦਾਸ ਪਾਤਸ਼ਾਹ ਜੀ ਐਵੇਂ ਪ੍ਰਤੀਤ ਹੁੰਦਾ ਕਿ ਇਹ ਸਾਡੇ ਵਾਸਤੇ ਸਾਰੇ ਬਚਨ ਕਹਿ ਰਹੇ ਨੇ, ਸਾਨੂੰ ਹੀ ਸਮਝਾ ਰਹੇ ਨੇ। ਗੁਰੂ ਪਿਆਰਿਓ ਸਾਡੇ ਸਾਰਿਆਂ ਦੇ ਨਾਲ ਬੜਾ ਪਿਆਰ ਕਰਦਾ। ਗੁਰੂ ਸਾਡੇ ਤੇ ਸਦਾ ਹੀ ਤਰਸ ਕਰਦਾ, ਕਿਉਂਕਿ ਗੁਰੂ ਪਿਤਾ ਹੈ ਤੇ ਪਿਤਾ ਹਮੇਸ਼ਾ ਹੀ ਬੱਚਿਆਂ ਦੇ ਨਾਲ ਪਿਆਰ ਕਰਦਾ, ਤਰਸ ਕਰਦਾ ਤੇ ਬੱਚੇ ਦੀਆਂ ਕਮਜ਼ੋਰੀਆਂ ਤੋਂ ਪਿਆਰ ਦੇ ਨਾਲ ਸਮਝਾਉਂਦਾ ਰਹਿੰਦਾ। ਸਤਿਗੁਰੂ ਗੁਰੂ ਅਮਰਦਾਸ ਪਾਤਸ਼ਾਹ ਜੀ ਸਾਨੂੰ ਅੱਜ ਇਹ ਗੱਲ ਸਮਝਾ ਰਹੇ ਨੇ। ਕਹਿ ਰਹੇ ਨੇ ਕਿ ਨਾਨਕ ਨਾਮ ਨਾ ਚੇਤਨੀ। ਆਪਣੇ ਜੀਵਨ ਦੇ ਵਿੱਚ ਹੈ ਨਾਨਕ ਜਿਹੜੇ ਪ੍ਰਮਾਤਮਾ ਦਾ ਨਾਮ ਨਹੀਂ ਜਪਦੇ, ਯਾਦ ਨਹੀਂ ਕਰਦੇ, ਕਰ ਕੀ ਰਹੇ ਨੇ? ਅਗਿਆਨੀ ਅੰਧਲੇ ਅਵਰੇ ਕਰਮ ਕਮਾਏ। ਉਹ ਗਿਆਨਤਾ ਦੇ ਹਨੇਰੇ ਵਿੱਚ ਨੇ, ਅੰਨੇ ਨੇ। ਭਾਵ ਬੇਸ਼ੱਕ ਉਹਨਾਂ ਦੇ ਕੋਲ ਨੇਤਰ ਨੇ, ਪਰ ਨੇਤਰ ਹੋਣ ਦੇ ਬਾਵਜੂਦ ਵੀ ਉਹ ਗਿਆਨ ਦਾ ਅਭਾਵ ਹੋਣ ਕਰਕੇ, ਗੁਰੂ ਦੇ ਉਪਦੇਸ਼ ਦਾ ਅਭਾਵ ਹੋਣ ਕਰਕੇ ਫਿਰ ਅੰਨਿਆਂ ਵਾਲੇ ਕੰਮ ਕਰ ਰਹੇ ਨੇ। ਇਹ ਤੇ ਇੱਕ ਬੜਾ ਪਿਆਰਾ ਬਚਨ ਭਗਤ ਕਬੀਰ ਸਾਹਿਬ ਜੀ ਨੇ ਕਿਹਾ, ਕਿਉਂਕਿ ਇਹ ਸਾਡੀ ਗੱਲ ਪਕੜ ਵਿੱਚ ਆ ਜੇ ਕਿ ਅੰਧਲੇ ਅਵਰੇ ਕਰਮ ਕਿਹੜੇ ਨੇ। ਕਿਉਂਕਿ ਆਪਾਂ ਤੇ ਕਹਿੰਦੇ ਜੀ ਆਪਾਂ ਧਰਮ ਦੇ ਕਰਮ ਕਰ ਰਹੇ ਹਾਂ, ਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਜਿਹੜੀ ਗੱਲ ਕਹਿ ਰਹੇ ਨੇ ਆਪਾਂ ਰਲ ਮਿਲ ਕੇ ਉਹਨੂੰ ਸਮਝ ਸਕੀਏ। ਇੱਥੇ ਇੱਕ ਬਚਨ ਮੈਂ ਭਗਤ ਕਬੀਰ ਸਾਹਿਬ ਜੀ ਦਾ ਆਪ ਜੀ ਦੇ ਨਾਲ ਸਾਂਝਾ ਕਰਾਂ। ਉਹਨਾਂ ਨੇ ਕੀ ਦੇਖਿਆ ਕਿ ਜਿਹੜੇ ਧਰਮ ਦੇ ਨਾਂ ਤੇ ਕਰਮ ਕਰਨ ਵਾਲੇ ਲੋਕ ਸਨ ਨਾ ਜੀ, ਜਿਹੜੇ ਆਪਣੇ ਆਪ ਨੂੰ ਧਰਮੀ ਅਖਵਾਉਂਦੇ ਸਨ ਤੇ ਵੱਖ-ਵੱਖ ਤਰੀਕਿਆਂ ਦੇ ਨਾਲ ਧਰਮ ਕਮਾਇਆ ਜਾ ਰਿਹਾ ਸੀ, ਪਰ ਅਸਲ ਦੇ ਵਿੱਚ ਸੱਚ ਧਰਮ ਨਹੀਂ ਸੀ ਕਮਾਇਆ ਜਾ ਰਿਹਾ। ਤੇ ਭਗਤ ਕਬੀਰ ਸਾਹਿਬ ਜੀ ਨੇ ਉਹਨਾਂ ਲੋਕਾਂ ਨੂੰ ਦੇਖਿਆ। ਹੁਣ ਦੇਖੋ, ਬਨਾਰਸ ਦੀ ਧਰਤੀ ਆ ਜਿੱਥੇ ਭਗਤ ਕਬੀਰ ਸਾਹਿਬ ਜੀ ਸੱਚ ਦੀ ਗੱਲ ਕਰਦੇ ਨੇ,
ਤੇ ਉੱਥੇ ਧਰਮ ਦੇ ਨਾਂ ਤੇ ਕਰਮ ਕਰਨ ਵਾਲਿਆਂ ਦਾ ਬੜਾ ਵੱਡਾ ਬੋਲਬਾਲਾ ਹੈ। ਬੜੇ ਵੇਦਾਂ ਸ਼ਾਸਤਰਾਂ ਦੇ ਗਿਆਤਾ ਨੇ, ਸਿਆਣੇ ਲੋਕ ਨੇ, ਪਰ ਉਹਨਾਂ ਦੇ ਜੀਵਨ ਦੇ ਵਿੱਚੋਂ ਵੀ ਭਗਤ ਕਬੀਰ ਸਾਹਿਬ ਜੀ ਨੇ ਜੇ ਕੋਈ ਕਮਜ਼ੋਰੀ ਹੈ ਤੇ ਉਹਨੂੰ ਫੜ ਕੇ ਤੇ ਉਹਨੂੰ ਉਹਨਾਂ ਦੇ ਸਾਹਮਣੇ ਰੱਖਿਆ ਕਿ ਤੁਸੀਂ ਬੜਾ ਚੰਗਾ ਕਰਮ ਕਰਦੇ ਹੋ, ਧਰਮ ਦਾ ਬਾਣਾ ਪਾਇਆ ਹੋਇਆ, ਲੋਕ ਤੁਹਾਨੂੰ ਧਰਮੀ ਕਹਿ ਕੇ ਤੁਹਾਡਾ ਸਤਿਕਾਰ ਕਰਦੇ ਨੇ। ਇੱਕ ਗੱਲ ਦਾ ਖਿਆਲ ਰੱਖਣਾ ਗੁਰੂ ਪਿਆਰਿਓ, ਧਰਮੀ ਪੁਸ਼ਾਕ ਪਾ ਕੇ ਤੇ ਬੜੀ ਵੱਡੀਆਂ ਜ਼ਿੰਮੇਵਾਰੀਆਂ ਹੋ ਜਾਂਦੀਆਂ ਨੇ, ਜਿਹਦਾ ਸਾਨੂੰ ਸਦਾ ਅਹਿਸਾਸ ਰਹਿਣਾ ਚਾਹੀਦਾ। ਅਸੀਂ 5 ਕਕਾਰੀ ਵਰਦੀ ਧਾਰਨ ਕੀਤੀ ਨਾ ਜੀ, ਖੰਡੇ ਬਾਟੇ ਦੀ ਪਹੁਲ ਲਈ ਅੰਮ੍ਰਿਤ ਪਾਨ ਕੀਤਾ। ਹੁਣ ਅੰਮ੍ਰਿਤ ਪਾਨ ਕਰ ਲੈਣਾ ਕੋਈ ਵੱਡੀ ਪ੍ਰਾਪਤੀ ਨਹੀਂ, ਪਰ ਅੰਮ੍ਰਿਤ ਪਾਨ ਕਰਕੇ ਜੋ ਮਰਿਆਦਾ ਵਿੱਚ ਪਰਪੱਕ ਰਹਿਣਾ, ਇਹ ਬੜੀ ਵੱਡੀ ਜ਼ਿੰਮੇਵਾਰੀ ਆ। ਜਿੰਨਾ ਚਿਰ ਅਸੀਂ ਇਹ ਜ਼ਿੰਮੇਵਾਰੀ ਨਹੀਂ ਨਿਭਾਵਾਂਗੇ, ਮਰਿਆਦਾ ਵਿੱਚ ਆਪਣੇ ਆਪ ਜੀਵਨ ਨੂੰ ਨਹੀਂ ਲਿਆਵਾਂਗੇ, ਤੇ ਫਿਰ ਬਹੁਤ ਵਾਰ ਆਪਾਂ ਉਹ ਵੀ ਦੇਖਦੇ ਹਾਂ ਕਿ ਕੁਝ ਵਿਅਕਤੀਆਂ ਨੇ ਅੰਮ੍ਰਿਤਪਾਨ ਤੇ ਕੀਤਾ ਹੁੰਦਾ, ਕਕਾਰ ਜ਼ਰੂਰ ਪਾਏ ਹੁੰਦੇ ਨੇ, ਪਰ ਮਰਿਆਦਾ ਦੇ ਉਹ ਨੇੜੇ ਤੇੜੇ ਵੀ ਨਹੀਂ ਢੁੱਕਦੇ। ਹੁਣ ਜਦੋਂ ਆਪਾਂ ਭਗਤ ਜੀ ਦੇ ਬਚਨ ਪੜ੍ਹਦੇ ਹਾਂ ਤੇ ਫਿਰ ਸਾਨੂੰ ਆਪਣੇ ਵੱਲ ਵੀ ਦੇਖਣਾ ਪਏਗਾ, ਕਿਉਂਕਿ ਦੂਸਰੇ ਵੱਲ ਉਂਗਲੀ ਕਰਨੀ ਬੜੀ ਸੌਖੀ ਹੁੰਦੀ ਆ, ਪਰ ਆਪਣੀ ਵਿਚਾਰ ਕਰਨੀ, ਆਪਣੀ ਪੜਚੋਲ ਕਰਨੀ, ਸਵੈ ਪੜਚੋਲ ਕਰਨੀ, ਮੈਂ ਕੀ ਕਰ ਰਿਹਾ, ਇਹ ਵੇਖਣਾ ਬੜਾ ਔਖਾ ਲੱਗਦਾ। ਕਿਉਂਕਿ ਬਾਹਰ ਵੇਖਣਾ ਦੂਰ ਤੱਕ ਦਿਖਾਈ ਦਿੰਦਾ ਹੈ, ਪਰ ਜਦੋਂ ਅੰਦਰ ਦੇਖਾਂਗੇ ਤੇ ਨੇੜੇ ਕੋ ਸਾਨੂੰ ਆਪਣੇ ਬਾਰੇ ਲੱਭਦਾ ਹੀ ਕੁਝ ਨਹੀਂ। ਹੁਣ ਭਗਤ ਜੀ ਕਹਿੰਦੇ ਨੇ, ਜਿਹੜੇ ਕਹਿੰਦੇ ਸੀ ਅਸੀਂ ਨਾ ਤਨ ਤੇ ਕੱਪੜਾ ਕੋਈ ਨਹੀਂ ਪਾਉਂਦੇ, ਆਪੋ ਆਪਣਾ ਧਰਮ ਹੈ ਮੁਬਾਰਕ, ਸਾਨੂੰ ਕਿਸੇ ਦੇ ਨਾਲ ਕਿਸੇ ਦੀ ਵਿਰੋਧਤਾ ਨਹੀਂ, ਪਰ ਇਦਾਂ ਦੇ ਧਰਮ ਦੇ ਕਰਮ ਕੀਤੇ ਜਾ ਰਹੇ ਸਨ। ਕਿਸੇ ਨੇ ਕਿਹਾ ਜੀ ਅਸੀਂ ਕੱਪੜਾ ਨਹੀਂ ਪਾਉਂਦੇ, ਤਨ ਨੰਗਾ ਰੱਖਦੇ, ਅੱਜ ਵੀ ਹੈਗੇ ਨੇ ਲੋਕ ਜਿਹੜੇ ਕੱਪੜਾ ਨਹੀਂ ਪਾਉਂਦੇ। ਕੱਪੜਾ ਤਨ ਨੂੰ ਢੱਕਣ ਵਾਸਤੇ ਆ, ਕੱਜਣ ਵਾਸਤੇ ਆ, ਪਰ ਕਈਆਂ ਨੇ ਇਹਨੂੰ ਧਰਮ ਮੰਨ ਕੇ ਕਮਾਉਣਾ ਸ਼ੁਰੂ ਕਰਤਾ ਜੀ। ਅਸੀਂ ਤੇ ਵੇਖੋ ਤਿਆਗ ਕੀਤਾ, ਕੱਪੜੇ ਦਾ ਹੀ ਤਿਆਗ ਕੀਤਾ। ਭਗਤ ਕਬੀਰ ਸਾਹਿਬ ਜੀ ਨੇ ਜਦੋਂ ਐਸੇ ਲੋਕਾਂ ਨੂੰ ਦੇਖਿਆ ਤੇ ਕਹਿਣ ਲੱਗੇ, ਕਹਿੰਦੇ ਕੱਲਾ ਕੱਪੜੇ ਦਾ ਤਿਆਗ ਕਰਨ ਦੇ ਨਾਲ ਕੀ ਹੋਏਗਾ, ਤੇ ਜੇ ਨੰਗੇ ਰਹਿਣ ਦੇ ਨਾਲ ਹੀ ਪਰਮਾਤਮਾ ਦੀ ਪ੍ਰਾਪਤੀ ਆ, ਇਹ ਯੋਗ ਹੈ, ਇਹ ਸਾਧਨਾ। ਤੇ ਉਹ ਕਹਿੰਦੇ ਨੇ ਨਗਨ ਫਿਰਤ ਜੋ ਪਾਈਐ ਜੋਗ, ਬਨ ਕਾ ਮਿਰਗ ਮੁਕਤ ਸਭ ਹੋਗ। ਹੁਣ ਜਿਹੜੇ ਜਾਨਵਰ ਨੇ ਕਹਿੰਦੇ ਉਹ ਤੇ ਸਾਰੇ ਫਿਰ ਧਰਮ ਵਿੱਚ ਪੁੱਗੇ ਹੋਣੇ ਚਾਹੀਦੇ ਨੇ। ਕਿਆ ਨਾਂਗੇ ਕਿਆ ਬਾਂਦੇ ਚਾਮ, ਜਬ ਨਹੀਂ ਆਤਮ ਚੀਨ ਸਰਾਮ। ਕਹਿੰਦੇ ਇਹ ਬਾਹਰ ਦੇ ਕਰਮ ਕਰਨ ਦੇ ਨਾਲ ਕੀ ਹੋਏਗਾ, ਜਿੰਨਾ ਚਿਰ ਅੰਦਰ ਪਰਮਾਤਮਾ ਨੂੰ, ਪਰਮਾਤਮਾ ਦੀ ਵਿਚਾਰ ਹੀ ਨਹੀਂ ਕੀਤੀ, ਜਿੰਨਾ ਚਿਰ ਤੇਰੇ ਅੰਦਰ ਪਰਮਾਤਮਾ ਦਾ ਨਾਮ ਨਹੀਂ ਵਸਿਆ, ਭਾਵ ਤੈਨੂੰ ਆਪਣੇ ਅੰਦਰ ਪਰਮਾਤਮਾ ਦੀ ਹੋਂਦ ਦਾ ਅਨੁਭਵ ਨਹੀਂ ਹੋਇਆ। ਅਸਲ ਦੇ ਵਿੱਚ ਗੁਰੂ ਪਿਆਰਿਓ, ਪਰਮਾਤਮਾ ਅਨੁਭਵ ਹੈ, ਪਰਮਾਤਮਾ ਦੀ ਕੋਈ ਵਿਸ਼ੇਸ਼ ਤਸਵੀਰ ਥੋੜੀ ਆ। ਉਹ ਨਿਰਗੁਣ ਤੇ ਸਰਗੁਣ ਦੋਨਾਂ ਸਰੂਪਾਂ ਦੇ ਵਿੱਚ ਹੈ। ਹੁਣ ਪਰਮਾਤਮਾ ਦਾ ਅਨੁਭਵ ਹੈ ਤੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਸਾਨੂੰ ਪਰਮਾਤਮਾ ਦਾ ਅਨੁਭਵ ਕਰਾਉਣਾ ਚਾਹੁੰਦੇ ਨੇ। ਇਹ ਸਾਨੂੰ ਬਾਹਰ ਦੀਆਂ ਤਸਵੀਰਾਂ ਵਿਖਾ ਕੇ ਨਹੀਂ ਪਰਮਾਤਮਾ ਦਾ ਰੂਪ ਦਿਖਾਉਣਾ ਚਾਹੁੰਦੇ। ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਸਾਨੂੰ ਪਰਮਾਤਮਾ ਦਾ ਅਨੁਭਵ ਕਰਾਉਣਾ ਚਾਹੁੰਦੇ ਨੇ, ਜਿਹਦੇ ਬਾਰੇ ਆਪਾਂ ਅੰਮ੍ਰਿਤ ਬਾਣੀ ਵਿੱਚ ਬਚਨ ਪੜ੍ਹਦੇ ਹਾਂ। ਇਹ ਅਨੁਭਵ ਦੀ ਤੇ ਗੱਲ ਹੈ ਕਿ ਤੁਧ ਰੂਪ ਨਾ ਰੇਖਿਆ ਜਾਤ ਤੂੰ ਵਰਨਾ ਬਾਹਰਾ, ਇਹ ਮਾਨਸ ਜਾਣੇ ਦੂਰ ਤੂੰ ਵਰਤੇ ਜਾਹਰਾ। ਹੁਣ ਸਤਿਗੁਰੂ ਜੀ ਤੇ ਸਾਨੂੰ ਆਹ ਅਹਿਸਾਸ ਕਰਾਉਣਾ ਚਾਹੁੰਦੇ ਨੇ। ਭਗਤ ਕਬੀਰ ਸਾਹਿਬ ਜੀ ਕਹਿੰਦੇ ਨੇ, ਜਬ ਨਹੀਂ ਆਤਮ ਚੀਨ ਸਰਾਮ। ਫਿਰ ਮੁੰਡਨ ਕਰਵਾ ਕੇ ਮੋਣ ਮੁੰਡਾਏ ਤੋਂ ਗਤ ਪਾਈ,
ਮੁਕਤੀ ਭੇਡ ਨਾ ਗਈਆ ਕਾਈ। ਕਹਿੰਦੇ ਹੁਣ ਜੇ ਮੁੰਨਣ ਕਰਾਉਣ ਦੇ ਨਾਲ ਹੀ, ਮੈਂ ਗੁਸਤਾਖੀ ਦੀ ਮਾਫੀ, ਇਹ ਕਿਸੇ ਤੇ ਕਟਾਕਸ਼ ਨਹੀਂ ਆ। ਜੋ ਕੀਤਾ ਜਾ ਰਿਹਾ ਸੀ ਭਗਤ ਕਬੀਰ ਸਾਹਿਬ ਜੀ ਨੇ ਉਹਨਾਂ ਕੀਤੇ ਹੋਏ ਕਰਮਾਂ ਦਾ ਜ਼ਿਕਰ ਕੀਤਾ ਤੇ ਕਹਿੰਦੇ ਜੇ ਮੁੰਡਨ ਕਰਾਉਣ ਦੇ ਨਾਲ ਹੀ ਪ੍ਰਾਪਤੀ ਹੁੰਦੀ ਤੇ ਆ ਜਿਹੜੀ ਭੇਡ ਆ ਇਹਦੀ ਉੱਨ ਬਾਰ-ਬਾਰ ਉਤਾਰੀ ਜਾਂਦੀ ਆ। ਫਿਰ ਇਸ ਤੋਂ ਅਗਲੀ ਗੱਲ ਕੀਤੀ ਜਿਨ੍ਹਾਂ ਨੇ ਗ੍ਰਸਥ ਮਾਰਗ ਦਾ ਤਿਆਗ ਕਰਤਾ। ਵੇਖੋ ਵਿਦਵਾਨਾਂ ਦਾ ਇਹ ਵਿਚਾਰ ਹੈ ਔਰ ਗੁਰਮਤ ਦੀ ਇਹ ਸਿੱਖਿਆ ਕਿ ਜਿਹੜਾ ਗ੍ਰਸਥ ਮਾਰਗ ਹੈ ਨਾ, ਇਹ ਪਰਮਾਤਮਾ ਦੀ ਬਣਾਈ ਹੋਈ ਮਰਿਆਦਾ ਦਾ ਇੱਕ ਹਿੱਸਾ ਹੈ। ਇਹ ਜਿਹੜਾ ਗ੍ਰਸਥ ਮਾਰਗ ਹੈ ਨਾ ਗੁਰੂ ਪਿਆਰਿਓ, ਇਹ ਪਰਮਾਤਮਾ ਦੀ ਬਣਾਈ ਹੋਈ ਮਰਿਆਦਾ ਦਾ ਹਿੱਸਾ। ਉਹ ਕਿਹੜੀ ਮਰਿਆਦਾ? ਇਹ ਸੰਸਾਰ ਦੀ ਉਤਪਤੀ ਵਾਸਤੇ ਆ, ਸੰਸਾਰ ਦੀ ਉਤਪਤੀ ਵਾਸਤੇ, ਪਦਾਇਸ਼ ਵਾਸਤੇ ਜਿਵੇਂ ਆਪਾਂ ਕਹਿ ਲਈਏ। ਵੱਖਰੀ ਗੱਲ ਹੈ ਕਿ ਸਮਾਜ ਨੇ ਇਸ ਵਿਚਾਰਧਾਰਾ ਨੂੰ ਛੱਡ ਕੇ ਤੇ ਜਿਹੜਾ ਨਰ ਮਾਦਾ ਦਾ ਸੰਬੰਧ ਸੀ ਉਹਨੂੰ ਇੱਕ ਵਾਸ਼ਨਾ ਦਾ ਰੂਪ ਦੇ ਦਿੱਤਾ। ਅਸਲ ਦੇ ਵਿੱਚ ਇਹ ਪ੍ਰਮਾਤਮਾ ਦੀ ਬਣਾਈ ਹੋਈ ਮਰਿਆਦਾ ਦਾ ਹਿੱਸਾ ਹੈ ਗ੍ਰਸਥ। ਹਾਂ, ਵੱਖਰੀ ਗੱਲ ਹੈ ਆਪਣੀ ਮਰਜ਼ੀ ਦੇ ਨਾਲ ਆਪਾਂ ਗ੍ਰਸਥ ਨੂੰ ਅਖਤਿਆਰ ਕਰੀਏ ਜਾਂ ਨਾ ਕਰੀਏ, ਪਰ ਗ੍ਰਸਥ ਮਾਰਗ ਜਿਹੜਾ ਇਹ ਸੱਚ ਜਾਣਿਓ ਗੁਰੂ ਪਿਆਰਿਓ ਬੜਾ ਸੁੱਚਾ ਮਾਰਗ ਹੈ। ਜੇ ਇਹਦੀ ਸੁੱਚਤਾ ਨੂੰ ਅਸੀਂ ਬਹਾਲ ਰੱਖੀਏ, ਜੇ ਇਹਦੀ ਸੁਚਮਤਾ ਦਾ ਖਿਆਲ ਰੱਖੀਏ, ਇਹ ਬੜਾ ਪਿਆਰ ਵਾਲਾ ਮਾਰਗ ਹੈ। ਇਸ ਪਿਆਰ ਨੂੰ ਅਸੀਂ ਜੇ ਆਪਣੇ ਜੀਵਨ ਵਿੱਚ ਬਰਕਰਾਰ ਰੱਖੀਏ, ਪ੍ਰੇਮ ਦੀ ਗੱਲ ਆਉਂਦੀ, ਪਿਆਰ ਦੀ ਗੱਲ ਆਉਂਦੀ ਆ। ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਤਾਂ ਹੀ ਤੇ ਇਹ ਗੱਲ ਕਹੀ ਕਿ ਸਾਚ ਕਹੋ ਸੁਣ ਲਿਓ ਸਭੇ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਇਹ ਪ੍ਰੇਮ ਦਾ ਮਾਰਗ ਆ, ਗ੍ਰਸਥ ਦਾ ਮਾਰਗ ਆ, ਇਹ ਵਾਸ਼ਨਾ ਦਾ ਮਾਰਗ ਨਹੀਂ। ਸੋ ਮੈਂ ਅੱਗੇ ਚੱਲਾਂ। ਭਗਤ ਕਬੀਰ ਸਾਹਿਬ ਜੀ ਉਹਨਾਂ ਲੋਕਾਂ ਨੇ ਜਿਨ੍ਹਾਂ ਨੇ ਗ੍ਰਸਥ ਦਾ ਤਿਆਗ ਕਰ ਲਿਆ। ਉਹ ਕਹਿੰਦੇ ਜੀ ਇਹ ਜਤੀ ਹੋ ਗਏ, ਇਹ ਭੋਇੰਗਮ ਆ। ਭਗਤ ਕਬੀਰ ਸਾਹਿਬ ਜੀ ਕਹਿੰਦੇ ਇਹਦੇ ਨਾਲ ਕੀ ਹੋਏਗਾ? ਬਿੰਦ ਰਾਖ ਜੋ ਤਰੀਏ ਭਾਈ, ਖੁਸਰੇ ਕਿਉਂ ਨਾ ਪਰਮਗਤ ਪਾਏ। ਜੇ ਕਹਿੰਦੇ ਇਸ ਤਰੀਕੇ ਦੇ ਨਾਲ ਹੀ, ਕਿਉਂਕਿ ਜਬ ਨਹੀਂ ਆਤਮ ਚੀਨ ਸਰਾਮ, ਇਸ ਗੱਲ ਤੇ ਆਪਾਂ ਧਿਆਨ ਕੇਂਦਰਿਤ ਕਰਕੇ ਰੱਖਣਾ। ਬਾਕੀ ਦੀਆਂ ਉਦਾਹਰਨਾਂ ਨੇ ਕਿ ਆਹ ਧਰਮ ਦੇ ਕਰਮ ਕੀਤੇ ਜਾ ਰਹੇ ਨੇ, ਪਰ ਕਹਿੰਦੇ ਜਿੰਨਾ ਚਿਰ ਅੰਦਰ ਪ੍ਰਮਾਤਮਾ ਦਾ ਨਾਮ ਨਹੀਂ ਆਇਆ, ਬਾਹਰ ਦੇ ਕੀਤੇ ਹੋਏ ਧਰਮ ਦੇ ਨਾਂ ਤੇ ਕਰਮ ਵੀ ਬੰਦਿਆ ਤੇਰੇ ਜੀਵਨ ਦੀ ਉਹ ਆਤਮਿਕ ਤਰੱਕੀ ਨੂੰ ਉਸ ਮੰਜ਼ਿਲ ਤੱਕ ਨਹੀਂ ਲਿਜਾ ਸਕਦੇ ਜਿਸ ਮੰਜ਼ਿਲ ਤੇ ਪਹੁੰਚਣ ਵਾਸਤੇ ਤੈਨੂੰ ਪਰਮਾਤਮਾ ਦਾ ਨਾਮ ਜਪਣਾ ਪਏਗਾ। ਆਖੋ ਸਤਨਾਮ। ਬਿੰਦ ਰਾਖ ਜੋ ਤਰੀਏ ਭਾਈ, ਖੁਸਰੇ ਕਿਉਂ ਨਾ ਪਰਮਗਤ ਪਾਈ। ਫਿਰ ਭਗਤ ਕਬੀਰ ਸਾਹਿਬ ਜੀ ਕਹਿੰਦੇ ਨੇ ਕਿ ਇੱਕ ਗੱਲ ਨੂੰ ਧਿਆਨ ਦੇ ਨਾਲ ਸੁਣਨਾ ਕਰੋ ਕਿ ਪ੍ਰਮਾਤਮਾ ਦੇ ਨਾਮ ਜਪਣ ਤੋਂ ਬਿਨਾਂ, ਪ੍ਰਮਾਤਮਾ ਦਾ ਨਾਮ ਜਪਣ ਤੋਂ ਬਿਨਾਂ ਕੋਈ ਵੀ ਜੀਵ ਸੰਸਾਰ ਤੇ ਆ ਕੇ ਸਫਲ ਨਹੀਂ ਹੋ ਸਕਿਆ। ਜਿਹੜੀ ਮੰਜ਼ਲ ਸੀ ਭਈ ਪ੍ਰਾਪਤ ਮਾਨੁਖ ਦੇਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਉਹ ਜਿਹੜਾ ਮਲਾਪ ਵਾਲਾ ਟਿਕਾਣਾ ਸੀ, ਕਹਿੰਦੇ ਪ੍ਰਮਾਤਮਾ ਦੇ ਨਾਮ ਜਪਣ ਤੋਂ ਬਿਨਾਂ ਜਿੰਨੇ ਮਰਜ਼ੀ ਧਰਮ ਦੇ ਨਾਂ ਤੇ ਕਰਮ ਕਰੀ ਜਾ। ਆਪਾਂ ਅੰਮ੍ਰਿਤ ਬਾਣੀ ਵਿੱਚ ਇਹ ਬਚਨ ਪੜ੍ਹਦੇ ਆ ਨਾ, ਕਿਆ ਪੜ੍ਹੀਏ ਕਿਆ ਗੁਣੀਏ, ਕਿਆ ਵੇਦ ਪੁਰਾਣਾ ਸੁਣੀਏ, ਬੜੇ ਸੁਣੇ ਕਿਆ ਹੋਈ, ਜੋ ਸਹਿਜ ਨਾ ਮਿਲਿਓ ਸੋਈ, ਹਰ ਕਾ ਨਾਮ ਨਾ ਜਪਸ ਗਵਾਰਾ। ਕਿੰਨੀ ਪਿਆਰੀ ਗੱਲ ਕਹੀ। ਇਹਨਾਂ ਬਚਨਾਂ ਨੂੰ ਆਪਾਂ ਸਾਰੇ ਜਾਣੇ ਇੱਕ ਵਾਰੀ ਰਲ ਕੇ ਪੜ੍ਹੀਏ। ਹਰ ਕਾ ਨਾਮ ਨ ਜਪਸ ਗਵਾਰਾ, ਹਰ ਕਾ ਨਾਮ ਨ ਜਪਸ ਗਵਾਰਾ।
हर का नाम न जपस गवारा, हर का नाम न जपस गवारा। क्या सोचें बारंगबारा, क्या सोचें बारंगबारा। कि बार बार नाम जपण लई ਅਸੀਂ ਸੋਚਦੇ ਰਹਿੰਦੇ ਆ। ਸਵਾਲ ਸਾਰੀ ਉਮਰ ਸਾਡਾ ਬਣਿਆ ਰਹਿੰਦਾ, ਕਿੰਨਾ ਚਿਰ ਨਾਮ ਜਪਣਾ ਚਾਹੀਦਾ, ਕਿੰਨਾ ਚਿਰ ਬਾਣੀ ਪੜ੍ਹਨੀ ਚਾਹੀਦੀ ਆ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕਿਸੇ ਪ੍ਰਕਾਰ ਦਾ ਭੁਲੇਖਾ ਰਹਿਣ ਹੀ ਕੋਈ ਨਹੀਂ ਦਿੱਤਾ। ਕੋਈ ਵਿਅਕਤੀ ਭੁਲੇਖਾ ਪਾਏ ਤੇ ਅਸੀਂ ਭੁਲੇਖੇ 'ਚ ਪੈ ਜਾਈਏ, ਲੋੜ ਹੀ ਨਹੀਂ। ਅਸੀਂ ਆਪਣੇ ਗੁਰੂ ਦੇ ਕੋਲੋਂ ਪੁੱਛੀਏ। ਗੁਰੂ ਸਾਹਿਬ ਸਾਨੂੰ ਬਾਰ-ਬਾਰ ਦੱਸਦੇ ਨੇ। ਸਤਿਗੁਰੂ ਸਾਹਿਬ ਜੀ ਸਾਨੂੰ ਹਰ ਗੱਲ ਆਪਣੇ ਜੀਵਨ ਦੀ ਸਮਝਾਉਂਦੇ ਨੇ। ਸਤਿਗੁਰੂ ਸਾਹਿਬ ਜੀ ਨੇ ਤੇ ਇਹ ਡੰਕੇ ਦੀ ਚੋੜ ਤੇ ਸਪਸ਼ਟ ਕਰ ਦਿੱਤਾ। ਕੀ ਸਪਸ਼ਟ ਕੀਤਾ? ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕਹਿੰਦੇ ਨੇ ਕਿ ਜਿੰਨਾ ਚਿਰ ਤੇਰੇ ਸਵਾਸ ਚੱਲਦੇ ਨੇ, ਕਰ ਬੰਦੇ ਤੂੰ ਬੰਦਗੀ, ਕਰ ਬੰਦੇ ਤੂੰ ਬੰਦਗੀ। जिचर घट में साह, जिचर घट में साह। ओ वाहे गुरु वाहे गुरु, ओ वाहे गुरु वाहे गुरु। वाहेगुरु 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 वाहेगुरु। जिचर घट में साह, जिचर घट में साह। जिचर सतगुरु जी कहते ने अखीरले सवास तक परमात्मा नूं सदा याद रखना, कदी विसारना नहीं। ते भगत जी कहते ने कि ये बाहर दे जिहड़े धर्म दे नां ते कीते हुए कर्म ने, इहदे नाल कोई सफलता नहीं। इसे तरह अज भगत कबीर साहब जी का यह बचन सानू भी सेध बख्शदा। असीं भी उहदे विच ही आ जाने। जिवें मैं पहलों बेनती की कि आपां अमृत पान कर लिया, पंज ककारी वर्दी धारण की, मुबारक है। सतगुरु साहब जी का शुकराना करिए कि सतगुरु साहब जी तुसां साडे ते कृपा की, गुरु वाले बने। गुरु वाला बनने का तरीका ही गुरु प्यारिओ ये साडी मर्यादा ही ये आ कि नाम तरीक पंज प्यारिਆਂ ਦੇ ਕੋਲੋਂ श्री गुरु ग्रंथ साहब पातशाह जी की पावन हजूरी अंदर खंडे बाटे की पहुल लैनी है। तो फिर जिहड़ी सिंह साहब पंज प्यारे सानू मर्यादा दृढ़ कराउंदे ने, वो आपां मर्यादा अपने जीवन में दृढ़ करके रखनी आ। सतगुरु गुरु अमरदास पातशाह जी कहते ने जिहड़े परमात्मा का नाम नहीं जपदे, धर्म के नां ते कर्म करते ने, वो ज्ञानी ने। अंधियां वाले भाव समझदारी वाले कर्म नहीं करते, ते जिहड़ा बेसमझी वाले कर्म अपने जीवन विच करदा, वो अपने जीवन की मंजिल ते नहीं पहुंच सकता है जी। जामदार बदे मारिया है, फिर विष्टा माहे पचाहे। ते जे अपने जीवन दे विच परमात्मा का नाम नहीं जपिया ते फिर उहदा रिजल्ट की निकलेगा? सतगुरु सच्चे पातशाह जी कहते ने जामदार बदे मारिया, फिर उन्होंने जमा की मार पैंदी, जम बन लेंदे ने। उन्होंने जमा के दर ते बधे हुए मार खांदे ने, चोट खांदे ने। साहब जी कहते ने फिर विष्टा माहे पचाए,
ਇਹ ਕੀਤੇ ਹੋਏ ਕਰਮਾਂ ਦਾ ਕਰਕੇ ਵਿਕਾਰਾਂ ਦੀ ਗੰਦਗੀ ਵਿੱਚ ਹੀ ਪਏ ਰਹਿੰਦੇ ਨੇ ਤੇ ਫਿਰ ਪਛਤਾਉਂਦੇ ਹਨ ਜੀ। ਮਹੱਲਾ ਤੀਜਾ। ਨਾਨਕ ਸਤਿਗੁਰ ਸੇਵਹਿ ਆਪਣਾ, ਸੇ ਜਨ ਸੱਚੇ ਪਰਵਾਨ। ਆਖੋ ਸਤਨਾਮ। ਅਗਲੇ ਸ਼ਲੋਕ ਵਿੱਚ ਸਤਿਗੁਰੂ ਸਾਹਿਬ ਜੀ ਕਹਿੰਦੇ ਨੇ ਕਿ ਇਹ ਨਾਨਕ, ਜਿਹੜੇ ਆਪਣੇ ਗੁਰੂ ਦੀ ਸਿੱਖਿਆ ਨੂੰ ਆਪਣੇ ਜੀਵਨ ਵਿੱਚ ਯਾਦ ਰੱਖਦੇ ਨੇ, ਗੁਰੂ ਦੇ ਉਪਦੇਸ਼ ਨੂੰ ਯਾਦ ਰੱਖਦੇ ਨੇ, ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਫਿਰ ਉਹ ਮਾਲਕ ਦੇ ਦਰ ਤੇ, ਸੱਚਾ ਕੌਣ ਹੈ? ਵਾਹਿਗੁਰੂ ਪਰਮਾਤਮਾ। ਸੱਚੇ ਦੇ ਦਰ ਤੇ ਉਹ ਪ੍ਰਵਾਨ ਹੋ ਜਾਂਦੇ ਨੇ, ਜਿਹੜੇ ਆਪਣੇ ਜੀਵਨ ਵਿੱਚ ਗੁਰੂ ਦੀ ਦੱਸੀ ਸਿੱਖਿਆ ਅਨੁਸਾਰ ਵਾਹਿਗੁਰੂ ਪਰਮਾਤਮਾ ਦਾ ਨਾਮ ਜਪਦੇ ਨੇ। ਫਿਰ ਉਹਨਾਂ ਦੇ ਕਿੰਨੀ ਵੱਡੀ ਬਰਕਤ ਬਖਸ਼ਿਸ਼ ਹੁੰਦੀ ਹੈ ਜੀ। ਸਤਿਗੁਰੂ ਜੀ ਕਹਿੰਦੇ ਨੇ ਜਿਨੀ ਨਾਮ ਧਿਆਇਆ ਉਹਨਾਂ ਨੂੰ ਫਿਰ ਜਮਾਂ ਦੀ ਮਾਰ ਨਹੀਂ ਪੈਂਦੀ ਜੀ। ਜਿਹੜੇ ਨਾਮ ਨਹੀਂ ਜਪਦੇ ਉਹਨਾਂ ਨੂੰ ਜਮਾਂ ਦੀ ਮਾਰ ਪੈਂਦੀ ਆ, ਤੇ ਜਿਹੜੇ ਨਾਮ ਜਪਦੇ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਗਏ ਮਸ਼ਕਤ ਕਾਲ ਨਾਨਕ ਤੇ ਮੁਖ ਉਜਲੇ, ਕੀਤੀ ਛੁੱਟੀ ਨਾਲ ਸੇ ਜਨ ਸੱਚੇ ਪਰਵਾਨ। ਹਰ ਕੈ ਨਾਏ ਸਮਾਏ ਰਹੇ, ਚੁਕਾ ਆਵਨ ਜਾਣ। ਉਹਨਾਂ ਦੀ ਸੁਰਤ ਸਦਾ ਪਰਮਾਤਮਾ ਦੇ ਚਰਨਾਂ ਦੇ ਵਿੱਚ ਜੁੜੀ ਰਹਿੰਦੀ ਆ, ਤੇ ਸਤਿਗੁਰੂ ਸਾਹਿਬ ਜੀ ਕਹਿੰਦੇ ਨੇ ਫਿਰ ਉਹਨਾਂ ਦਾ ਆਉਣ ਤੇ ਜਾਣ ਦਾ, ਆਵਾ ਤੇ ਗਮਨ ਦਾ ਜਿਹੜਾ ਗੇੜ ਹੈ ਇਹ ਖਤਮ ਹੋ ਜਾਂਦਾ, ਮਿਟ ਹੋ ਜਾਂਦਾ ਹੈ। ਕਿਉਂਕਿ ਜਿੰਨੀ ਧਰਮ ਦੇ ਨਾਂ ਤੇ ਸਾਧਨਾ ਉਹ ਸਾਰੀ ਇਸੇ ਡਰ ਕਰਕੇ ਹੋ ਰਹੀ ਆ ਕਿ ਆਵਾ ਗੌਣ ਸਾਡਾ ਕੱਟਿਆ ਜਾ ਸਕੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਜੇ ਤੂੰ ਆਪਣੇ ਜੀਵਨ ਵਿੱਚ ਆਵਾ ਗੌਣ ਤੋਂ ਮੁਕਤ ਹੋਣਾ ਚਾਹੁੰਦਾ, ਇੱਕੋ ਹੀ ਕੰਮ ਕਰੀ, ਗੁਰੂ ਦੀ ਦਸੀ ਕਾਰ ਤੇ ਚੱਲ ਕੇ ਉਪਦੇਸ਼ ਨੂੰ ਕਮਾ ਕੇ ਵਾਹਿਗੁਰੂ ਪ੍ਰਮਾਤਮਾ ਦਾ ਨਾਮ ਜਪੀ। ਜਿਨ੍ਹਾਂ ਨੇ ਪ੍ਰਮਾਤਮਾ ਦਾ ਨਾਮ ਜਪਿਆ ਉਹ ਫਿਰ ਸਦਾ ਹੀ ਆਵਾ ਗੌਣ ਦੇ ਗੇੜ ਤੋਂ ਮੁਕਤ ਹੋ ਜਾਂਦੇ ਹਨ ਜੀ। ਪੌੜੀ। ਧਨ ਸੰਪੈ ਮਾਇਆ ਸੰਚੀਐ, ਅੰਤੇ ਦੁਖਦਾਈ। ਹੁਣ ਪੌੜੀ ਦੇ ਵਿੱਚ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਸਾਡੇ ਜੀਵਨ ਨੂੰ ਬੜੇ ਨੇੜੇ ਤੋਂ ਦੇਖ ਕੇ ਨਾ ਇਹ ਗੱਲਾਂ ਕਹੀਆਂ ਨੇ। ਸਾਹਿਬ ਜੀ ਕਹਿੰਦੇ ਨੇ ਧਨ ਸੰਪੈ ਮਾਇਆ ਸੰਚੀਐ, ਅੰਤੇ ਦੁਖਦਾਈ। ਧਨ ਸੰਪੈ ਦੌਲਤ ਮਾਇਆ ਜਿਹੜੀ ਆਪਾਂ ਇਕੱਠੀ ਕਰਦੇ ਹਾਂ, ਸਾਡਾ ਸੁਭਾਅ ਆ ਨਾ ਜੀ, ਅਸੀਂ ਧਨ ਕਹਿੰਦੇ ਜ਼ਿਆਦਾ ਤੋਂ ਜ਼ਿਆਦਾ ਇਕੱਠਾ ਕਰ ਲਈਏ, ਮਾਇਆ ਜ਼ਿਆਦਾ ਤੋਂ ਜ਼ਿਆਦਾ, ਸੰਪਰਦਾ ਜ਼ਿਆਦਾ ਤੋਂ ਜ਼ਿਆਦਾ, ਜਾਇਦਾਦ ਜ਼ਿਆਦਾ ਤੋਂ ਜ਼ਿਆਦਾ ਬਣਾ ਲਈਏ। ਕੋਈ ਗੱਲ ਨਹੀਂ, ਹੋਣੀ ਚਾਹੀਦੀ, ਮੁਬਾਰਕ। ਪਰ ਸਾਹਿਬ ਜੀ ਕਹਿੰਦੇ ਇੱਕ ਗੱਲ ਦਾ ਖਿਆਲ ਰੱਖੀ, ਇਹ ਜੋ ਕੁਝ ਵੀ ਕਰ ਰਿਹਾ ਇਹ ਤੇਰੇ ਆਤਮਿਕ ਜੀਵਨ ਵਾਸਤੇ ਅਖੀਰ ਨੂੰ ਦੁਖਦਾਈ ਸਾਬਤ ਹੋਣੀ। ਇਹਦੇ ਵਿੱਚੋਂ ਸੁੱਖ ਕੋਈ ਨਹੀਂ ਉਹ ਮਿਲਣਾ, ਕਿਉਂਕਿ ਸੁੱਖ ਨਾਹੀਂ ਬਹੁਤੇ ਧਨ ਖਾਟੇ, ਸੁਖ ਨਾਹੀਂ ਪੇਖੈ ਨਿਰਤ ਨਾਟੇ, ਸੁਖ ਨਾਹੀਂ ਬਹੁ ਦੇਸ ਕਮਾਏ, ਸਰਬ ਸੁਖ ਹਰ ਹਰ ਗੁਣ ਗਾਏ, ਸਰਬ ਸੁਖ ਹਰ ਹਰ ਗੁਣ ਗਾਏ। ਜੇ ਪ੍ਰਮਾਤਮਾ ਦਾ ਨਾਮ ਨਹੀਂ ਜਪਿਆ ਤੇ ਆ ਜੋ ਕੁਝ ਵੀ ਕਰ ਰਿਹਾ, ਸਤਿਗੁਰੂ ਗੁਰੂ ਰਾਮਦਾਸ ਪਾਤਸ਼ਾਹ ਜੀ ਕਹਿੰਦੇ ਨੇ ਬੰਦਿਆ ਇਹ ਤੇਰੇ ਵਾਸਤੇ ਅਖੀਰ ਤੇ ਦੁਖਦਾਈ ਹੋਣਾ ਹੀ। ਭਾਈ ਗੁਰਦਾਸ ਜੀ ਨੇ ਬੜੀ ਪਿਆਰੀ ਇੱਥੇ ਨਾਲ ਸਿੱਖਿਆ ਕੀਤੀ, ਇਹ ਬਚਨ ਸਾਡੀ ਪਕੜ ਵਿੱਚ ਆ ਜੇ। ਸਾਡੇ ਸੁਭਾਅ ਦੀ ਜਦੋਂ ਗੱਲ ਕਰਦੇ ਨੇ ਨਾ ਭਾਈ ਸਾਹਿਬ, ਭਾਈ ਗੁਰਦਾਸ ਜੀ, ਉਹ ਕਹਿੰਦੇ ਉਦਾਹਰਨ ਦਿੱਤੀ ਆ ਸ਼ਹਿਦ ਵਾਲੀ ਮੱਖੀ ਦੇ ਨਾਲ। ਕਹਿੰਦੇ ਕਦੀ ਦੇਖਿਆ ਹੀ, ਫੁੱਲਾਂ ਤੇ ਜਾਂਦੀ ਆ, ਰਸ ਚੂਸ ਚੂਸ ਕੇ ਲਿਆਉਂਦੀ ਆ, ਸ਼ਹਿਦ ਇਕੱਠਾ ਕਰਦੀ ਆ, ਤੇ ਜਿਹੜਾ ਸ਼ਹਿਦ ਚੋਣ ਵਾਲਾ ਹੈ ਉਹਦੇ ਮੂੰਹ ਵਿੱਚ ਸਵਾਹ ਪਾ ਕੇ ਸਾਰਾ ਸ਼ਹਿਦ ਕੱਢ ਕੇ ਲੈ ਜਾਂਦਾ, ਉਹਦੇ ਪੱਲੇ ਕੁਝ ਨਹੀਂ ਪੈਂਦਾ। ਇਸੇ ਤਰ੍ਹਾਂ ਕਹਿੰਦੇ ਗਾਂ ਦੀ ਉਦਾਹਰਨ ਦਿੱਤੀ, ਆਪਣੇ ਬੱਚੇ ਦੇ ਵਾਸਤੇ ਥਣਾ ਵਿੱਚ ਦੁੱਧ ਲਿਆਉਂਦੀ ਆ, ਤੇ ਗਵਾਲਾ ਜਿਹੜਾ ਗੁੱਜਰ ਹੈ ਜਿਹੜਾ ਬੱਚੇ ਨੂੰ ਖਿੱਚ ਕੇ ਪਿੱਛੇ ਬੰਨ੍ਹ ਦਿੰਦਾ,
ਤੇ ਉਹ ਦੁੱਧ ਚੋ ਕੇ ਲੈ ਜਾਂਦਾ। ਤੀਸਰੀ ਉਦਾਹਰਨ ਦਿੱਤੀ ਚੂਹੇ ਦੀ। ਚੂਹਾ ਬੜੀ ਮਿਹਨਤ ਕਰਦਾ, ਖੱਡ ਪੁੱਟਦਾ, ਤੇ ਕਹਿੰਦੇ ਸੱਪ ਆਉਂਦਾ, ਨਾਲੇ ਤੇ ਉਹਨੂੰ ਮਾਰ ਕੇ ਖਾ ਜਾਂਦਾ ਤੇ ਨਾਲੇ ਉਸ ਖੁੱਡ ਦਾ ਮਾਲਕ ਬਣ ਜਾਂਦਾ। ਇਸੇ ਤਰ੍ਹਾਂ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ, ਮਾੜੇ ਕੰਮ ਕਰ ਕਰਕੇ ਕੀਤੀ ਹੋਈ ਬੰਦਿਆ ਤੇਰੀ ਇਕੱਠੀ ਮਾਇਆ ਤੇਰੇ ਨਾਲ ਨਹੀਂ ਹੋ ਜਾਣੀ, ਅੰਤ ਸਮੇਂ ਤੈਨੂੰ ਹੱਥ ਖਾਲੀ ਜਾਣਾ ਪੈਣਾ। ਜੈਸੇ ਮਧ ਮਾਖੀ ਸੀਸ ਸੀਂਚ ਕੇ ਇਕੱਤਰ ਕਰੇ, ਹੇਰੇ ਮਧੂ ਆਏ ਮੁਖ ਤਾਂ ਕੋ ਸ਼ਾਰ ਡਾਰ ਕੇ। ਜੈਸੇ ਬਚ ਹੇਤ ਗਊ ਸਿੰਚਤ ਹੈ ਖੀਰ, ਤਾਏ ਲੇਤ ਹੈ ਹੀਰ ਦੋਏ ਬਛਰੇ ਬਟਾਰ ਕੇ। ਜੈਸੇ ਧਰ ਖੋਦ ਬਿਲ ਸਾਜੇ ਮੂਸਾ, ਪੈਸਤ ਸਰਪ ਧਾਏ ਖਾਏ ਤਾਏ ਮਾਰ ਕੇ। ਤੈਸੇ ਕੋਟ ਪਾਪ ਕਰ ਮੂੜ, ਕਰੋੜਾਂ ਪਾਪ ਕਰਕੇ ਜਿਹੜੀ ਮਾਇਆ ਇਕੱਠੀ ਕੀਤੀ ਆ, ਅੰਤ ਕਾਲ ਛਾੜ ਚਲੇ ਦੋਨੋਂ ਕਰ ਝਾੜ ਕੇ, ਕਹਿੰਦੇ ਤੈਨੂੰ ਖਾਲੀ ਹੱਥ ਜਾਣਾ ਪੈਣਾ। ਤੇ ਸਤਿਗੁਰੂ ਗੁਰੂ ਰਾਮਦਾਸ ਪਾਤਸ਼ਾਹ ਜੀ ਕਹਿੰਦੇ ਨੇ, ਇਹ ਅੰਤੇ ਤੇਰੇ ਵਾਸਤੇ ਦੁੱਖ ਥਾਈ ਹੀ ਹੋਣੀ ਹੈ ਜੀ। ਘਰ ਮੰਦਰ ਮਹਿਲ ਸਵਾਰੀਐ, ਕਿਛ ਸਾਥ ਨਾ ਜਾਈ। ਘਰ ਮੰਦਰ ਮਹਿਲ ਸਵਾਰੀਏ, ਜਿਹੜੇ ਅਸੀਂ ਸੋਹਣੇ ਸੋਹਣੇ ਮਹਿਲ ਮਾੜੀਆਂ ਘਰ ਬਣਾਉਨੇ ਆ, ਕਹਿੰਦੇ ਬੇਸ਼ੱਕ ਤੇਰੇ ਰਹਿਣ ਵਾਸਤੇ ਇਹਦੀ ਲੋੜ ਹੈ, ਪਰ ਜੇ ਤੂੰ ਇਹਦੇ ਵਿੱਚ ਹੀ ਰੀਝ ਕੇ ਪਸੀਜ ਕੇ ਰਹਿ ਗਿਆ ਕਿ ਮੇਰੇ ਵਰਗਾ ਕਿਸੇ ਦਾ ਘਰ ਨਹੀਂ, ਮੈਂ ਇਦਾਂ ਦਾ ਘਰ ਬਣਾਉਣਾ ਕਿ ਦੂਜਾ ਮੇਰੇ ਘਰ ਵਰਗਾ ਘਰ ਬਣਾ ਨਾ ਸਕੇ, ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਇਹ ਵੀ ਤੇਰੇ ਨਾਲ ਨਹੀਂ ਜਾਣਾ ਹੈ ਜੀ। ਹਰ ਰੰਗੀ ਤੁਰੇ ਨਿਤ ਪਾਲੀਐ, ਕਿਤੈ ਕਾਮ ਨਾ ਆਈ। ਤਰ੍ਹਾਂ ਤਰ੍ਹਾਂ ਦੀਆਂ ਗੋਂਦਾਂ ਗੁੰਨਣੀਆਂ, ਕਈ ਤਰ੍ਹਾਂ ਦੇ ਰੰਗਾਂ ਦੇ ਘੋੜੇ ਤਿਆਰ ਕਰਦੇ ਰਹਿਣਾ, ਕਈ ਸਕੀਮਾਂ ਜਿਵੇਂ ਆਪਾਂ ਲਾਉਂਦੇ ਰਹਿੰਦੇ ਆ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਇਹ ਵੀ ਤੇਰੀਆਂ ਧਰੀਆਂ ਧਰਾਈਆਂ ਹੀ ਰਹਿ ਜਾਣੀਆਂ ਹਨ ਜੀ। ਜਨ ਲਾਵੋ ਚਿਤ ਹਰ ਨਾਮ ਸਿਓ, ਅੰਤ ਹੋਏ ਸਖਾਈ। ਇਸ ਕਰਕੇ ਕੀ ਕਰਨਾ ਕਰ ਭਾਈ ਸਿੱਖਾ, ਪਰਮਾਤਮਾ ਦੇ ਨਾਮ ਦੇ ਨਾਲ ਚਿੱਤ ਨੂੰ ਜੋੜਨਾ ਕਰ। ਕਾਰਨ ਕੀ ਆ, ਕਹਿੰਦੇ ਇੱਕੋ ਹੀ ਚੀਜ਼ ਤੇਰੇ ਨਾਲ ਨਿਭਣ ਵਾਲੀ ਆ, ਉਹ ਆ ਪਰਮਾਤਮਾ ਦਾ ਨਾਮ। ਜੈ ਮਾਤ ਪਿਤਾ ਸੁਤ ਮੀਤ ਨਾ ਭਾਈ, ਮਨ ਉਹਾਂ ਨਾਮ ਤੇਰਾ ਸੰਗ ਸਹਾਈ। ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਜਪਿਆ ਹੋਇਆ ਨਾਮ ਹੀ ਇਸ ਜਿੰਦ ਦਾ ਪੱਕਾ ਸਹਾਰਾ ਹੈ। ਇਸ ਕਰਕੇ ਉਸ ਪ੍ਰਮਾਤਮਾ ਦੇ ਨਾਮ ਨੂੰ ਜਪਣਾ ਕਰ। ਜਿਸ ਸੱਚੇ ਦੇ ਨਾਮ ਨੇ ਤੇਰਾ ਸੱਚੇ ਦੇ ਦਰ ਤੇ ਸਹਾਰਾ ਬਣਨਾ ਹੈ ਜੀ। ਜਨ ਨਾਨਕ ਨਾਮ ਧਿਆਇਆ, ਗੁਰਮੁਖ ਸੁਖ ਪਾਈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਜਿਨ੍ਹਾਂ ਗੁਰਮੁਖ ਜਨਾਂ ਨੇ ਵਾਹਿਗੁਰੂ ਪ੍ਰਮਾਤਮਾ ਦਾ ਨਾਮ ਜਪਿਆ ਧਿਆਇਆ ਹੈ, ਜੀਵਨ ਦਾ ਆਤਮਕ ਸੁਖ ਉਹਨਾਂ ਨੂੰ ਪ੍ਰਾਪਤ ਹੋਇਆ ਹੈ। ਭਾਵ ਉਹਨਾਂ ਨੂੰ ਮਾਲਕ ਦੇ ਦਰ ਤੇ ਪ੍ਰਵਾਨਗੀ ਮਿਲੀ ਹੈ। ਅੱਜ ਦੇ ਪਾਵਨ ਪਵਿੱਤਰ ਉਪਦੇਸ਼ ਦੇ ਰਾਹੀਂ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਸਾਨੂੰ ਵਾਹਿਗੁਰੂ ਪ੍ਰਮਾਤਮਾ ਦਾ ਨਾਮ ਜਪਣ ਦੀ ਪ੍ਰੇਰਨਾ ਕੀਤੀ ਹੈ। ਵਿਖਾਵੇ ਦੇ ਧਰਮ ਦੇ ਨਾਂ ਦੇ ਕਰਮਾਂ ਤੋਂ ਸਾਨੂੰ ਬਾਹਰ ਨਿਕਲਣ ਵਾਸਤੇ ਸਮਝਾਇਆ ਹੈ, ਤੇ ਇਸ ਗੱਲ ਦਾ ਪ੍ਰਤੱਖ ਪ੍ਰਮਾਣ ਦਿੱਤਾ ਕਿ ਹੇ ਜਿੰਦੇ, ਤੇਰਾ ਇੱਕੋ ਹੀ ਸਹਾਰਾ ਹੈ, ਉਹ ਹੈ ਪ੍ਰਮਾਤਮਾ ਦਾ ਨਾਮ। ਬਾਕੀ ਸਾਰੇ ਜਿਨ੍ਹਾਂ ਨੂੰ ਤੂੰ ਆਪਣੇ ਸਹਾਰੇ ਸਮਝਦਾ, ਇਹ ਵਕਤੀ ਨੇ, ਵਕਤ ਦੇ ਨਾਲ ਇਹਨਾਂ ਨੇ ਚਲੇ ਜਾਣਾ। ਤੂੰ ਸਦਾ ਥਿਰ ਰਹਿਣ ਵਾਲੇ ਪ੍ਰਮਾਤਮਾ ਦਾ ਨਾਮ ਜਪਿਆ ਕਰ। ਲੜੀਵਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਸ਼ਬਦ ਦੀ ਜੋ ਪਾਵਨ ਪਵਿੱਤਰ ਅਸਥਾਨ ਦੀ ਮਰਿਆਦਾ ਅਨੁਸਾਰ ਵਿਚਾਰ ਚੱਲਦੀ ਹੈ, ਆਓ ਉਹਨਾਂ ਅੰਮ੍ਰਿਤ ਬਚਨਾਂ ਦੀ ਵਿਚਾਰ ਸਰਵਣ ਕਰੀਏ ਜੀ। ਨਾਨਾ ਕਰਤ ਨ ਛੂਟੀਐ, ਵਿਨ ਗੁਣ ਜਮਪੁਰ ਜਾਹੇ। ਇਹ ਪਾਵਨ ਪਵਿੱਤਰ ਉਪਦੇਸ਼ ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੀ ਆਰਾਮ ਕਲੀ ਦੇ ਰਾਗ ਦੇ ਵਿੱਚ ਦੱਖਣੀ ਰੀਤ ਅਨੁਸਾਰ ਉਚਾਰਨ ਕੀਤੀ ਹੋਈ ਬਾਣੀ
ਜੋ ਓਂਕਾਰ ਬਾਣੀ ਦੇ ਸਰਲੇਖ ਹੇਠ ਸਤਿਗੁਰ ਸਾਹਿਬ ਜੀ ਦੇ ਵਿੱਚ ਦਰਜ ਹੈ। ਇਹ 37ਵੀਂ ਪੌੜੀ ਹੈ। 36 ਪੌੜੀਆਂ ਦੀ ਆਪ ਜੀ ਨੇ ਪਹਿਲੋਂ ਵਿਚਾਰ ਸਰਵਣ ਕੀਤੀ ਹੈ। ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ ਇਸ 37ਵੀਂ ਪੌੜੀ ਦੇ ਵਿੱਚ ਬਹੁਤ ਹੀ ਪਿਆਰੀ ਸਿੱਖਿਆ ਬਖਸ਼ਿਸ਼ ਕੀਤੀ ਹੈ। ਹੰਕਾਰ ਦਾ ਜ਼ਿਕਰ ਕੀਤਾ ਹੈ। ਨਾਨਾ ਕਰਤ ਨਾ ਛੂਟੀਐ ਵਿਣ ਗੁਣ ਜੰਮਪੁਰ ਜਾਹੇ। ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਜਿਹੜਾ ਵੀ ਕਰਮ ਹੰਕਾਰ ਵਿੱਚ, ਕੋਈ ਵੀ ਸਾਡੇ ਜੀਵਨ ਦਾ ਕਰਮ ਹੈ ਜਿਹੜਾ ਕਰਮ ਕਰਕੇ ਹੰਕਾਰ ਆ ਗਿਆ, ਬੇਸ਼ੱਕ ਉਹਦੇ ਵਿੱਚ ਆਪਾਂ ਸੰਗਤ ਹੀ ਕਰਦੇ ਹਾਂ, ਜੇ ਸੰਗਤ ਕਰਨ ਦਾ ਹੀ ਕਿਤੇ ਹੰਕਾਰ ਆ ਗਿਆ ਨਾ ਮਨ ਵਿੱਚ, ਇਹ ਵੀ ਮਾੜਾ। ਸੇਵਾ ਕਰਨ ਦਾ ਹੰਕਾਰ ਆ ਗਿਆ, ਇਹ ਵੀ ਮਾੜਾ। ਜ਼ਿਆਦਾ ਬਾਣੀ ਪੜ੍ਹਨ ਦਾ ਹੀ ਹੰਕਾਰ ਆ ਗਿਆ, ਇਹ ਵੀ ਮਾੜਾ। ਨੇਮ ਦਾ, ਪ੍ਰੇਮ ਦਾ ਮੁੱਕਦੀ ਗੱਲ ਸਤਿਗੁਰੂ ਸਾਹਿਬ ਜੀ ਕਹਿੰਦੇ ਨੇ ਕਿਸੇ ਵੀ ਪ੍ਰਕਾਰ ਦਾ ਹੰਕਾਰ ਇਸ ਜਿੰਦ ਵਾਸਤੇ ਮਾੜਾ, ਕਿਉਂਕਿ ਹੰਕਾਰੀ ਕਿਸੇ ਗਿਣਤੀ 'ਚ ਨਹੀਂ ਆਉਂਦਾ। ਭਾਈ ਗੁਰਦਾਸ ਜੀ ਦਾ ਬੜਾ ਪਿਆਰਾ ਬਚਨ ਹੈ। ਹੰਕਾਰ ਨੂੰ ਇਸ ਤਰੀਕੇ ਦੇ ਨਾਲ ਸਾਨੂੰ ਸਮਝਾਉਂਦੇ ਨੇ ਕਿ ਕਿਤੇ ਅਸੀਂ ਆਪਣੀ ਪੜਚੋਲ ਕਰ ਸਕੀਏ ਕਿ ਮੈਂ ਕਿਤੇ ਹੰਕਾਰ ਤਾਂ ਨਹੀਂ ਕਰਦਾ। ਜੇ ਮੈਂ ਕਰਦਾ ਤੇ ਫਿਰ ਮੈਂ ਇਸ ਗਿਣਤੀ 'ਚ ਆਉਣਾ ਜਿਹੜੀ ਗਿਣਤੀ ਭਾਈ ਸਾਹਿਬ ਭਾਈ ਗੁਰਦਾਸ ਜੀ ਦੱਸਦੇ ਨੇ। ਇਹਦੇ ਕੋਲੋਂ ਬਚਣਾ ਬੜਾ ਔਖਾ ਗੁਰੂ ਪਿਆਰਿਓ, ਮੁਆਫ ਕਰਨਾ। ਆਪਾਂ ਸਾਰੇ ਹੀ ਸ਼ਾਮਲ ਆ। ਕਹਿਣਾ ਬੜਾ ਸੌਖਾ, ਦੂਸਰੇ ਨੂੰ ਕਹਿਣਾ ਬੜਾ ਸੌਖਾ, ਭਾਈ ਹੰਕਾਰ ਨਾ ਕਰਿਆ ਕਰ, ਪਰ ਆਪ ਹੰਕਾਰ ਤੋਂ ਬਚ ਕੇ ਰਹਿਣਾ ਬੜਾ ਔਖਾ। ਇਹ ਤੇ ਗੁਰੂ ਕਿਰਪਾ ਕਰੇ, ਮੇਰੇ ਸਤਿਗੁਰੂ ਸਾਹਿਬ ਜੀ ਕਿਰਪਾ ਕਰਨ ਤੇ ਇਸ ਸਭ ਤੋਂ ਵਿਨਾਸ਼ਕਾਰੀ ਵਿਕਾਰ ਤੋਂ ਅਸੀਂ ਬਚ ਸਕਦੇ ਹਾਂ। ਆਪਣੀ ਸਿਆਣਪ ਤੇ ਚਲਾਕੀ ਦੇ ਨਾਲ ਅਸੀਂ ਇਹਦੇ ਤੋਂ ਨਹੀਂ ਬਚ ਸਕਦੇ। ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਇਸ ਗੱਲ ਨੂੰ ਧਿਆਨ ਵਿੱਚ ਰੱਖੀ, ਜੇ ਤੂੰ ਹੰਕਾਰ ਕਰਦਾ, ਕਿ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਹੰਕਾਰ ਦਾ ਜ਼ਿਕਰ ਕੀਤਾ ਇਸ ਪੌੜੀ ਦੇ ਵਿੱਚ। ਭਾਈ ਸਾਹਿਬ ਜੀ ਕਹਿੰਦੇ ਨੇ ਜੈਸੇ ਮਾਲਾ ਮੇਰ ਪੋਹੀਅਤ ਸਭ ਉੱਪਰ ਕੇ, ਸਿਮਰਨ ਸੰਖਿਆ ਮੈਂ ਨਾ ਪਾਵਤ ਵਡਾਈ ਕੇ। ਮਾਲਾ ਸਿਮਰਨਾ ਹੁੰਦਾ ਨਾ ਜੀ, ਉਹਦੇ ਵਿੱਚ ਸਭ ਤੋਂ ਵੱਡਾ ਇੱਕ ਮਣਕਾ ਜਿਹਨੂੰ ਮੇਰੂ ਮਣਕਾ ਕਹਿੰਦੇ ਆ, ਉਹ ਸਭ ਤੋਂ ਉੱਪਰ ਹੁੰਦਾ। ਇੱਕ ਤੁਲਨਾ ਕੀਤੀ ਆ, ਕਹਿੰਦੇ ਬੰਦਿਆ ਕਿਤੇ ਖਿਆਲ ਕਰੀ, ਸਿਮਰਨਾ ਕਰਨ ਵਾਲੇ, ਮਾਲਾ ਫੇਰਨ ਵਾਲੇ ਸਾਰੀ ਮਾਲਾ ਨੂੰ ਫੇਰਨਗੇ, ਘਮਾਉਣਗੇ, ਪਰ ਉਹਨਾਂ ਮਣਕਿਆਂ ਦੀ ਗਿਣਤੀ ਤੇ ਉਸ ਗਿਣਤੀ ਦੇ ਵਿੱਚ ਉਹ ਮੇਰੂ ਮਣਕਾ ਨਹੀਂ ਆਉਂਦਾ। ਹੰਕਾਰ ਇੰਨਾ ਮਾੜਾ। ਦਸਤਾਨ ਦੇ ਕੇ ਸਾਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਆ ਕਿ ਕਿਤੇ ਹੰਕਾਰ ਨਾ ਕਰੀ। ਜੈਸੇ ਮਾਲਾ ਮੇਰ ਪੋਹੀਅਤ ਸਭ ਉੱਪਰ ਕੇ, ਸਿਮਰਨ ਸੰਖਿਆ ਮੈਂ ਨਾ ਆਵਤ ਵਡਾਈ ਕੇ। ਕਿਸੇ ਗਿਣਤੀ ਦੇ ਵਿੱਚ ਨਹੀਂ ਆਉਂਦਾ। ਦੂਸਰੀ ਉਦਾਹਰਨ ਦਿੱਤੀ ਬਨਸਪਤੀ ਦੇ ਵਿੱਚੋਂ ਕਿ ਇਸ ਬਨਸਪਤੀ ਦੇ ਵਿੱਚ ਸਿੰਬਲ ਦਾ ਰੁੱਖ ਕਿੰਨਾ ਉੱਚਾ, ਪਰ ਕਹਿੰਦੇ ਉਹ ਕਿਸੇ ਵੀ ਕੰਮ ਨਹੀਂ ਆਉਂਦਾ। ਇਹ ਵੀ ਹੰਕਾਰ ਦੇ ਨਾਲ ਉਦਾਹਰਨ ਸਮਝਾਉਣ ਵਾਸਤੇ, ਸਮਾਂ ਨਹੀਂ ਮੈਂ ਵਿਸਤਾਰ ਕਰਾਂ। ਤੀਸਰੀ ਉਦਾਹਰਨ ਦਿੱਤੀ ਆ ਇੱਲ ਦੀ। ਚੀਲ ਉੱਡਦੀ ਆ, ਬੜੀ ਉੱਚੀ ਉਡਾਰੀ ਮਾਰਦੀ ਆ, ਕਹਿੰਦੇ ਕੀ ਹੋਇਆ, ਉਹਦੀ ਬਿਰਤੀ ਤੇ ਮਰੇ ਪਸ਼ੂਆਂ ਤੇ ਟਿਕੀ ਰਹਿੰਦੀ ਆ। ਇਸੇ ਤਰ੍ਹਾਂ ਗਜਾਏ ਬੋ ਬਜਾਏ ਬੋ ਸੁਣਾਏ ਬੋ ਨਾ ਹੋਤ ਕਛ, ਗੁਰ ਉਪਦੇਸ਼ ਬਿਨ ਧ੍ਰਿਗ ਚਤਰਾਈ ਕੇ। ਬੇਸ਼ੱਕ ਉੱਚੀ ਉੱਚੀ ਗਾਈ ਜਾ, ਮੁਬਾਰਕ ਚੰਗੀ ਗੱਲ ਸੁਣਾਈ ਜਾ, ਸੁਣੀ ਜਾ, ਵਿਚਾਰੀ ਜਾ, ਪਰ ਜੇ ਗਾਏ ਨੂੰ, ਸੁਣੇ ਨੂੰ, ਵਿਚਾਰੇ ਨੂੰ ਆਪਣੇ ਜੀਵਨ ਵਿੱਚ ਨਹੀਂ ਕਮਾਇਆ, ਗੁਰੂ ਦੇ ਉਪਦੇਸ਼ ਦਾ ਧਾਰਨੀ ਨਹੀਂ ਬਣਿਆ, ਤੇ ਚਲਾਕੀਆਂ ਤੇ ਸਿਆਣਪਾਂ ਦੇ ਨਾਲ ਕਹਿੰਦੇ ਤੂੰ ਤਰਕਾਰ ਹੈ, ਕਿਉਂਕਿ ਇਹ ਮਨ ਚੰਚਲਾ ਚਤੁਰਾਈ ਕਿਨੇ ਨਾ ਪਾਇਆ। ਨਾ ਤਿਸ ਇਹੋ ਨਾ ਉਹ ਹੈ, ਆਵਗੁਣ ਫਿਰ ਪਛਤਾਹੇ। ਹੰਕਾਰੀ ਮਨੁੱਖ ਦਾ ਨਾ ਉਹਦਾ ਆਹ ਪਾਸਾ ਹੀ ਸਵਾਰ ਪਾਉਂਦਾ ਤੇ ਨਾ ਉਹ ਅਗਲਾ ਪਾਸਾ ਹੀ ਉਹਦਾ
ਸਵਰਦਾ ਹੈ ਫਿਰ ਉਹਨੂੰ ਪਛਤਾਉਣਾ ਪੈਂਦਾ ਹੈ ਜੀ। ਨਾ ਤਿਸ ਗਿਆਨ ਨਾ ਧਿਆਨ ਹੈ, ਨਾ ਤਿਸ ਧਰਮ ਧਿਆਨ। ਹੰਕਾਰੀ ਮਨੁੱਖ ਨੂੰ ਨਾ ਹੀ ਆਤਮਿਕ ਜੀਵਨ ਦੀ ਸੋਝੀ, ਪਰਮਾਤਮਾ ਦੇ ਮਿਲਾਪ ਦਾ ਰਸਤਾ ਪਤਾ ਲੱਗਦਾ, ਹੰਕਾਰ ਵਿੱਚ ਗਰਸਿਆ ਰਹਿੰਦਾ। ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਤੇ ਨਾ ਹੀ ਉਹਦੇ ਜੀਵਨ ਦੇ ਵਿੱਚ ਪਰਮਾਤਮਾ ਦੇ ਨਾਮ ਨੂੰ ਜਪਣ ਵਾਲਾ ਧਰਮ ਆਉਂਦਾ ਹੈ ਜੀ। ਵਿਨ ਨਾਮੈ ਨਿਰਭਉ ਕਹਾ, ਕਿਆ ਜਾਣਾ ਅਭਿਮਾਨ। ਕਹਿੰਦੇ ਨਾਮ ਤੋਂ ਬਿਨਾ ਫਿਰ ਜੀਵਨ ਦੇ ਵਿੱਚੋਂ ਡਰ ਹੀ ਖਤਮ ਨਹੀਂ ਹੁੰਦਾ, ਕਿਉਂਕਿ ਜੀਵਨ ਦਾ ਡਰ ਖਤਮ ਕਿਵੇਂ ਹੋਣਾ? ਨਿਰਭਉ ਜਪੈ, ਨਿਰਭਉ ਨੂੰ ਜਪਣਾ ਪਏਗਾ। ਫਿਰ ਕੀ ਹੋਏਗਾ ਜੀ? ਸਗਲ ਭਉ ਮਿਟੇ। ਜਿਨ ਨਿਰਭਉ, ਜਿਨ ਹਰ ਨਿਰਭਉ ਧਿਆਇਆ ਜੀ, ਤਿਨ ਕਾ ਭਉ ਸਭ ਗਵਾਸੀ। ਇਸ ਤਰੀਕੇ ਦੇ ਨਾਲ ਭੈ ਖਤਮ ਹੋਣਾ। ਤੇ ਸਤਿਗੁਰ ਜੀ ਕਹਿੰਦੇ ਨੇ, ਵਿਣ ਨਾਮੇ ਨਿਰਭਉ ਕਹਾ, ਕਿਆ ਜਾਣਾ ਅਭਿਮਾਨ। ਹੰਕਾਰੀ ਮਨੁੱਖ ਨੂੰ ਇਸ ਗੱਲ ਦੀ ਸਮਝ ਨਹੀਂ ਆਉਂਦੀ ਹੈ ਜੀ। ਠਾਕ ਰਹੀ ਕਿਵ ਅਪੜਾ, ਹਾਥ ਨਹੀਂ ਨਾ ਪਾਰ। ਹੁਣ ਜੀਵ ਆਤਮਾ ਦੀ ਪੁਕਾਰ ਦੀ ਗੱਲ ਕੀਤੀ ਹੈ ਕਿ ਇਹ ਜੀਵ ਆਤਮਾ ਇਦਾਂ ਦੇ ਕਰਮ ਕਰ ਕਰਕੇ ਥੱਕ ਹਾਰ ਗਈ, ਕਿਸੇ ਤਰੀਕੇ ਦੇ ਨਾਲ ਮੈਂ ਇਸ ਹੰਕਾਰ ਤੋਂ ਬਚ ਸਕਾਂ, ਪਰ ਆਪਣੀ ਸਿਆਣਪ ਦੇ ਨਾਲ ਹੰਕਾਰ ਦੇ ਕੋਲੋਂ ਕੋਈ ਨਹੀਂ ਬਚਿਆ ਹੈ ਜੀ। ਨਾ ਸਾਜਨ ਸੇ ਰੰਗਲੇ, ਕਿਸ ਪਹਿ ਕਰੀ ਪੁਕਾਰ। ਹੁਣ ਕਿਹਦੇ ਕੋਲ ਮੈਂ ਇਹ ਪੁਕਾਰ ਕਰਾਂ, ਕਿਹਦੇ ਕੋਲ ਮੈਂ ਅਰਦਾਸ ਕਰਾਂ ਜਿਹੜਾ ਮੈਨੂੰ ਇਸ ਹੰਕਾਰ ਤੋਂ ਬਚਾ ਲਵੇ ਜੀ। ਨਾਨਕ ਪ੍ਰਿਓ ਪ੍ਰਿਓ ਜੇ ਕਰੀ, ਮਿਲੇ ਮਿਲਨ ਹਾਰ। ਸਤਿਗੁਰ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ, ਇਹ ਨਾਨਕ ਆਖ। ਪ੍ਰਿਓ ਪ੍ਰਿਓ ਤੋਂ ਭਾਵ ਹੈ ਬਾਰ ਬਾਰ ਉਸ ਵਾਹਿਗੁਰੂ ਪਰਮਾਤਮਾ ਨੂੰ ਯਾਦ ਕਰ, ਉਹ ਹੀ ਅਸਲ ਦੇ ਵਿੱਚ ਮਿਲਣ ਵਾਲਾ ਹੈ। ਆਪਾਂ ਇਹ ਬਚਨ ਪੜ੍ਹਦੇ ਹਾਂ, ਕੇਸੋ ਕੇਸੋ ਕੂਕੀਏ, ਨਾ ਸੋਏ ਆਸਾਰ, ਰਾਤ ਦਿਵਸ ਕੇ ਕੂਕਣੇ, ਕਬਹੂ ਕੇ ਸੁਨੇ ਪੁਕਾਰ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਸਦਾ ਉਹਦੇ ਅਰਦਾਸ ਕਰਿਆ ਕਰ, ਬੇਨਤੀ ਕਰਿਆ ਕਰ, ਤੇ ਮੰਗਿਆ ਕੀ ਕਰ? ਉਹਦੇ ਚਰਨਾਂ ਵਿੱਚ ਭਾਵਨਾ ਦੇ ਨਾਲ ਜੁੜ ਕੇ ਅਰਦਾਸ ਕਰਿਆ ਕਰ, ਤਰਲਾ ਕਰਿਆ ਕਰ। ਕਿਹੜਾ ਕਰਲਾ ਜੀ? ਤੁਮ ਕਰੋ ਦਇਆ ਮੇਰੇ ਸਾਈਂ, ਤੁਮ ਕਰੋ ਦਇਆ ਮੇਰੇ ਸਾਈਂ, ਤੁਮ ਐਸੀ ਮਤ ਦੀਜੈ ਮੇਰੇ ਠਾਕੁਰ, ਐਸੀ ਮਤ ਦੀਜੈ ਮੇਰੇ ਠਾਕੁਰ। ਸਦਾ ਸਦਾ ਤੁਧ ਧਿਆਈ, ਸਦਾ ਸਦਾ ਤੁਧ ਧਿਆਈ। ਵਿਚਾਰਾਂ ਕਰਦਿਆਂ ਹੋਈਆਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਦੀ ਖਿਮਾ ਕਰ ਦੇਣੀ। ਸਮੂਹ ਸੰਗਤ ਦਾ ਹਾਰਦਿਕ ਧੰਨਵਾਦ, ਕੋਟਾਨ ਕੋਟ ਸ਼ੁਕਰਾਨਾ ਸਤਿਗੁਰੂ ਸਾਹਿਬ ਜੀ ਦਾ, ਜਿਨ੍ਹਾਂ ਨੇ ਸਾਡੇ ਸਾਰਿਆਂ ਤੇ ਕਿਰਪਾ ਕੀਤੀ। ਗੁਰੂ ਘਰ ਦੇ ਮੁੱਖ ਸੇਵਾਦਾਰ ਹੈੱਡ ਗ੍ਰੰਥੀ ਸਾਹਿਬ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ, ਜਿਨ੍ਹਾਂ ਨੇ ਪਿਆਰ ਦੇ ਨਾਲ ਬੱਚਾ ਸਮਝ ਕੇ ਆਵਾਜ਼ ਮਾਰ ਕੇ ਆਪ ਸੰਗਤਾਂ ਦੀ ਸ਼ਬਦ ਵਿਚਾਰ ਰਾਹੀਂ ਸੇਵਾ ਕਰਨ ਦਾ ਅਵਸਰ ਬਖਸ਼ਿਆ। ਸ੍ਰੀ ਦਰਬਾਰ ਸਾਹਿਬ ਜੀ ਦੇ ਮੈਨੇਜਰ ਸਾਹਿਬਾਨ, ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ, ਜਿਨ੍ਹਾਂ ਜਾਣ ਕੇ ਇਹ ਸੇਵਾ ਦਾ ਅਵਸਰ ਬਖਸ਼ਿਆ। ਬਹੁਤ ਉਪਮਾ ਥੋੜ ਕਈ। ਆਓ ਸ਼ਬਦ ਦੀਆਂ ਅਖੀਰਲੀਆਂ ਪੰਕਤੀਆਂ ਪੜ੍ਹ ਕੇ ਫਿਰ ਫਤਿਹ ਬੁਲਾਉਂਦੇ ਹਾਂ ਜੀ। ਨਾਨਕ ਪ੍ਰਿਓ ਪ੍ਰਿਓ ਜੇ ਕਰੀ, ਮਿਲੇ ਮਿਲਨ ਹਾਰ। ਜਿਨ ਵਿਛੋੜੀ ਸੋ ਮੇਲ ਸੀ, ਗੁਰ ਕੈ ਹੇਤ ਅਪਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ੇਰੇ ਪੰਜਾਬ ਗੁਰਬਾਣੀ YouTube ਚੈਨਲ ਨੂੰ
ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਤੇ ਇਸ ਤੇ ਗੁਰਬਾਣੀ, ਸ਼ਬਦ ਕੀਰਤਨ ਤੇ ਇਤਿਹਾਸ ਨਾਲ ਵੱਧ ਤੋਂ ਵੱਧ ਜੁੜ ਕੇ ਆਨੰਦ ਮਾਣੋ ਤੇ ਆਪਣੀ ਜ਼ਿੰਦਗੀ ਨੂੰ ਸਫਲ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।